ਮਾਲਵਾ ਵਾਈਲਡ ਲਾਈਫ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਮੇਰੇ ਵੱਲੋਂ ਸਾਰੇ ਹੀ ਛੋਟੇ ਵੱਡੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਬਹੁਤ ਹੀ ਬਿਹਤਰੀਨ ਆਪਾਂ ਇੱਕ ਟੌਪਿਕ ਲੈ ਕੇ ਆਏ ਹਾਂ, ਜਿਹੜਾ ਕਿ ਬੱਚੇ ਬਹੁਤ ਮੈਨੂੰ ਕਮੈਂਟ ਸੈਕਸ਼ਨ ਵਿੱਚ ਪੁੱਛਦੇ ਆ ਵੀ ਸਰ ਅਸੀਂ ਇਸ ਕੈਟਾਗਰੀਜ਼ ਨੂੰ ਬਿਲੋਂਗ ਕਰਦੇ ਹਾਂ ਤੇ ਸਾਨੂੰ ਪੰਜਾਬ ਪੁਲਿਸ ਸਬ ਇੰਸਪੈਕਟਰ ਕਨਸਟੇਬਲ ਐਗਜ਼ਾਮ ਦੇ ਕਰੈਕ ਕਰਨ ਤੋਂ ਬਾਅਦ ਇਹ ਬੈਨੀਫਿਟਸ ਮਿਲਣਗੇ ਜਾਂ ਨਹੀਂ ਮਿਲਣਗੇ। ਸੋ ਅੱਜ ਦੀ ਵੀਡੀਓ ਵਿੱਚ ਤੁਹਾਡੇ ਸਾਰੇ ਬੈਨੀਫਿਟਸ ਆਪਾਂ ਕਲੀਅਰ ਕਰਾਂਗੇ, ਜਿੰਨੇ ਤੁਹਾਡੇ ਡਾਊਟਸ ਸੀ ਸਾਰੇ ਕਲੀਅਰ ਕਰਾਂਗੇ। ਜਿਹੜੇ ਮੇਰੇ ਭੈਣ ਭਰਾ ਇਸ ਕੈਟਾਗਰੀਜ਼ ਨੂੰ ਬਿਲੋਂਗ ਕਰਦੇ ਆ, ਠੀਕ ਹੈ ਜੀ, ਉਹ ਸਾਰੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਟੈਲੀਗ੍ਰਾਮ ਵਟਸਐਪ ਉੱਤੇ ਤੇ ਦੱਬ ਕੇ ਲਾਈਕ ਕਰਨ ਜੇ ਅਗਰ ਉਹਨਾਂ ਨੂੰ ਇਹ ਗੱਲ ਸਮਝ ਆਉਂਦੀ ਹੈ। ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਵ ਪੰਜਾਬ ਪੁਲਿਸ ਲਿਖ ਕੇ ਜਾਇਆ ਕਰੋ, ਕਿਉਂਕਿ ਸਾਨੂੰ ਪਤਾ ਚੱਲਦਾ ਵੀ ਪੰਜਾਬ ਪੁਲਿਸ ਨੂੰ ਤੁਸੀਂ ਦਿਲੋਂ ਪਿਆਰ ਕਰਦੇ ਹੋ। ਤੇ ਸਬਸਕ੍ਰਾਈਬ ਕਰਨਾ ਤਾਂ ਬਿਲਕੁਲ ਨਾ ਭੁੱਲਿਓ ਜੇ ਅਗਰ ਤੁਸੀਂ ਨਵੇਂ ਆਏ ਹੋ। ਬੈਲ ਆਈਕਨ ਪ੍ਰੈਸ ਕਰਕੇ ਤੁਹਾਨੂੰ ਇੱਦਾਂ ਵੀ ਐਡਵਾਂਸ ਦੇ ਵਿੱਚ ਨੋਟੀਫਿਕੇਸ਼ਨ ਮਿਲ ਜਾਵੇਗਾ। ਸੋ ਦੋਸਤੋ, ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ, ਜ਼ਿਆਦਾ ਸਮਾਂ ਤੁਹਾਡਾ ਨਹੀਂ ਲੈਂਦੇ। SC/BC ਇਕਨੋਮਿਕ ਵੀਕਰ ਸੈਕਸ਼ਨ ਤੇ ਜਿਹੜੇ ਐਕਸ ਸਰਵਿਸਮੈਨ ਤੇ ਆਪਣਾ ਸਪੋਰਟਸ ਕੋਟਾ ਵਾਲੇ ਭੈਣ ਭਰਾ ਅਕਸਰ ਮੈਨੂੰ ਇਹ ਪੁੱਛਦੇ ਆ, ਸਰ ਸਾਡੀ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਕਹਿੰਦਾ ਭਾਵ ਕੀ ਬੈਨੀਫਿਟ ਮਿਲੂਗਾ, ਵੀ ਸਾਨੂੰ ਪ੍ਰੈਫਰੈਂਸ ਕਿਵੇਂ ਮਿਲੂਗੀ। ਸੋ ਦੋਸਤੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਵੀ ਜਿਹੜਾ ਆਪਣੇ ਅਗਰ ਤੁਸੀਂ ਕੋਈ ਵੀ ਗੌਰਮੈਂਟ ਸਰਵਿਸ ਦੀ ਪੋਸਟ ਭਰਦੇ ਹੋ ਤਾਂ ਡੈਫੀਨੇਟਲੀ ਤੁਹਾਨੂੰ ਪਤਾ ਹਰੇਕ ਪੋਸਟ ਦੇ ਉੱਤੇ ਤੁਹਾਨੂੰ ਘੱਟ ਹੀ ਮਾਰਕਸ ਲੈਣੇ ਪੈਂਦੇ ਆ, ਠੀਕ ਹੈ, ਹਰੇਕ ਇਹੋ ਜਿਹੀ ਕੈਟਾਗਰੀਜ਼ ਨੂੰ, ਠੀਕ ਹੈ ਜੀ। ਜਰਨਲ ਕੋਟੇ ਨੂੰ ਭਾਵੇਂ ਵੱਧ ਤੋਂ ਵੱਧ ਮਾਰਕਸ ਲੈਣੇ ਪੈਂਦੇ ਕਿਉਂਕਿ ਉਹਨਾਂ ਦਾ ਮੁਕਾਬਲਾ ਬਹੁਤ ਹਾਈ ਹੈ ਤੇ ਉਹ ਇੱਕ ਵੱਧ ਮੈਜੋਰਿਟੀ ਦੇ ਵਿੱਚ ਨੇ ਆਪਣੇ ਪੰਜਾਬ ਲੈਵਲ 'ਤੇ ਵੀ ਤੇ ਇੰਡੀਅਨ ਲੈਵਲ 'ਤੇ ਵੀ। ਅਤੇ ਤੁਹਾਨੂੰ ਪਤਾ ਕੀ ਕਰਨਾ ਚਾਹੀਦਾ ਦੋਸਤੋ, ਤੁਹਾਨੂੰ ਛੋਟੇ ਪੇਪਰ ਦੀ ਤਿਆਰੀ ਨਾਲੋਂ ਵੱਡਿਆਂ ਪੇਪਰਾਂ ਦੀ ਤਿਆਰੀ ਕਰਨੀ ਚਾਹੀਦੀ ਹੈ, ਕਿਉਂਕਿ ਤੁਹਾਨੂੰ ਸਬ ਇੰਸਪੈਕਟਰ, ਪਟਵਾਰੀ, ਕਾਨੂੰਗੋ ਜਾਂ ਫਿਰ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਜੋ ਵੀ ਕਹਿਣ ਦਾ ਭਾਵ ਵੱਡੇ ਟੈਸਟ ਆਉਂਦੇ ਆ, ਉਹਨਾਂ ਵਿੱਚ ਤੁਹਾਨੂੰ ਸਿਲੈਕਸ਼ਨ ਦੀ ਤਿਆਰੀ ਕਰਨੀ ਚਾਹੀਦੀ ਹੈ। ਕਾਰਨ ਕੀ ਹੈ ਦੋਸਤੋ, ਤੁਸੀਂ ਮੂਰਖ ਖਲਵਾਨੇ ਹੋ ਜੇ ਅਗਰ ਤੁਸੀਂ ਛੋਟੇ ਪੇਪਰਾਂ ਦੀ ਤਿਆਰੀ ਕਰਦੇ ਹੋ। ਤੁਹਾਨੂੰ ਇੱਕ ਬਹੁਤ ਹੀ ਵਧੀਆ ਬੈਨੀਫਿਟ ਮਿਲਿਆ, ਘੱਟ ਮਾਰਕਸ ਦੇ ਵਿੱਚ ਵਧੀਆ ਸਿਲੈਕਸ਼ਨ ਹੋ ਜਾਣੀ ਹੈ ਤੇ ਤੁਹਾਡੇ ਪ੍ਰੈਫਰੈਂਸ ਵੀ ਤੁਹਾਡੀ ਸਿਲੈਕਸ਼ਨ ਪ੍ਰੋਸੀਜਰ ਦੇ ਵਿੱਚ ਪਹਿਲ ਦੇ ਆਧਾਰ 'ਤੇ ਰੱਖੀ ਜਾਂਦੀ ਹੈ, ਕਿਉਂਕਿ ਤੁਸੀਂ ਹੈਗੇ ਮਾਈਨੋਰਿਟੀ 'ਚ, ਠੀਕ ਹੈ ਜੀ। ਮਾਈਨੋਰਿਟੀ ਵਾਲਿਆਂ ਨੂੰ ਪਹਿਲਾਂ ਜੋਬ 'ਤੇ ਲਗਾਇਆ ਜਾਂਦਾ ਹੈ ਜਨਰਲ ਨਾਲੋਂ। ਉਸ ਦਾ ਕਾਰਨ ਇਹੀ ਹੈ ਵੀ ਉਹਨਾਂ ਨੂੰ ਵੱਧ ਤੋਂ ਵੱਧ ਜੋਬ 'ਤੇ ਲਗਾਇਆ ਜਾਵੇ ਤੇ ਰਿਜ਼ਰਵੇਸ਼ਨ ਕੋਟਾ ਜਿਹੜਾ ਤੁਹਾਡਾ ਉਸ ਨੂੰ ਇੰਡੀਆ ਲੈਵਲ 'ਤੇ ਖ਼ਤਮ ਕੀਤਾ ਜਾਵੇ ਜਲਦੀ ਤੋਂ ਜਲਦੀ, ਤਾਂ ਕਿ ਇੱਕ ਸੀਮਿਤ ਪਰਸੈਂਟੇਜ ਦੇ ਉੱਤੇ ਸਾਰੇ ਭੈਣ ਭਾਈ ਜਿੰਨੇ ਵੀ ਹੁਣ ਪੇਪਰ ਦੇ ਰਹੇ ਨੇ ਉਹ ਕੱਟ ਆਫ ਕਰਕੇ ਫਿਰ ਆਪਣੀਆਂ ਨੌਕਰੀਆਂ ਲੈ ਸਕਣ। ਬਟ ਕੀ ਹੋ ਰਿਹਾ, ਆਪਣੇ ਉਲਟ ਹੋ ਰਿਹਾ। ਬੱਚੇ ਜਿਹੜੇ ਹੈਗੇ ਇਸ ਕੈਟਾਗਰੀ ਨੂੰ ਬਿਲੋਂਗ ਕਰ ਰਹੇ ਉਹ ਛੋਟੀਆਂ ਪੋਸਟਾਂ ਨੂੰ ਵੱਧ ਭਰ ਰਹੇ ਆ ਅਤੇ ਵੱਡੀਆਂ ਪੋਸਟਾਂ ਨੂੰ ਵਿਹਲਾ ਜਾਂਦੇ ਰਹੇ ਆ। ਕਾਰਨ ਇਹੀ ਆਪਣੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਨਹੀਂ ਹੋ ਰਹੀ। ਅਤੇ ਤੁਸੀਂ ਹੁਣ ਜੇ ਮੇਰੀ ਗੱਲ ਸਮਝ ਗਏ ਹੋ ਤਾਂ ਅੱਗੇ ਤੋਂ ਤੁਸੀਂ ਹੁਣ ਅਗਲੇ ਸਾਲਾਂ ਤੋਂ ਤੁਸੀਂ ਵੱਡੀਆਂ ਪੋਸਟਾਂ ਦੀ ਤਿਆਰੀ ਕਰਨੀ ਹੈ। ਆਪਣੀ ਇਸ ਬੈਨੀਫਿਟ ਦਾ ਪੂਰਾ ਫਾਇਦਾ ਉਠਾਓ, ਠੀਕ ਹੈ ਜੀ। ਜਰਨਲ ਕੋਟੇ ਨੂੰ ਜ਼ਰੂਰ ਮੌਕਾ ਦਿਓ ਛੋਟੀਆਂ ਪੋਸਟਾਂ 'ਤੇ ਆਉਣ ਦਾ, ਕਿਉਂਕਿ ਤੁਸੀਂ ਉਹਨਾਂ ਉੱਤੇ ਹੱਕ ਜਤਾ ਸਕਦੇ ਹੋ ਵੱਡੀਆਂ ਪੋਸਟਾਂ 'ਤੇ ਬੈਠ ਕੇ। ਤੁਹਾਨੂੰ ਪਤਾ ਹੈ ਜਨਰਲ ਮੈਜੋਰਟੀ 'ਚ ਹੈ ਅਤੇ ਮਾਈਨੋਰਟੀ ਨੂੰ ਫਿਰ ਕੁਛ ਨਾ ਕੁਛ ਤਾਂ ਕਰਨਾ ਪੈਣਾ ਹੈ। ਬਾਕੀ ਮੈਂ ਵੀ ਜਨਰਲ ਕੈਟਾਗਰੀ ਨੂੰ ਬਿਲੋਂਗ ਕਰਦਾ, ਬਟ ਮੇਰੀ ਮਿਹਨਤ ਇੰਨੀ ਸੀ ਅਤੇ ਮੈਂ ਵਧੀਆ ਪੋਸਟ ਲੈ ਲਈ ਹੈ, ਮੈਨੂੰ ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਤੁਹਾਨੂੰ ਜ਼ਰੂਰ ਮੈਂ ਇੱਕ ਦਿਨ ਆਮਨੋ ਸਾਹਮਣੇ ਹੋਵਾਂਗੇ ਆਪਾਂ, ਠੀਕ ਹੈ, ਲਾਈਵ ਕੈਮਰਾ 'ਤੇ ਆਵਾਂਗੇ। ਬਟ ਮੈਂ ਹੁਣ ਚਾਹੁੰਦਾ ਵੀ ਅਜੇ ਥੋੜ੍ਹਾ ਜਿਹਾ ਸਮਾਂ ਰੁਕ ਜਾਈਏ, ਆਪਾਂ ਥੋੜ੍ਹਾ ਸਮਾਂ ਬੱਚਿਆਂ ਦੇ ਟਰਾਇਲ ਲੰਘ ਜਾਣ। ਉਸ ਤੋਂ ਬਾਅਦ ਆਪਾਂ ਜਦੋਂ ਸਟੱਡੀ ਸਟਾਰਟ ਕਰਾਂਗੇ ਇਹਨਾਂ ਬੱਚਿਆਂ ਦੀ ਫ੍ਰੀ ਆਫ ਕੋਸਟ ਆਪਾਂ ਕਨਸਟੇਬਲ, ਸਬ ਇੰਸਪੈਕਟਰ ਜਾਂ ਫਿਰ ਹੋਰ ਜਿਹੜੇ ਗੌਰਮੈਂਟ ਜੋਬਸ ਦੀ ਸਾਰੀ ਇਕੱਠੀ ਸਟੱਡੀ ਸਟਾਰਟ ਕਰਾਂਗੇ ਅਤੇ ਉਦੋਂ ਸਾਰੇ ਵਾਰਤਾਲਾਪ ਇੱਕ ਦੂਜੇ ਦੇ ਸਾਹਮਣੇ ਹੋਵਾਂਗੇ, ਗੱਲਾਂ ਬਾਤਾਂ ਕਰਾਂਗੇ ਖੁੱਲ੍ਹ ਕੇ, ਅਤੇ ਤੁਹਾਨੂੰ ਵੀ ਪਤਾ ਚੱਲੇਗਾ ਕਿਹੜੇ ਸਾਰੇ ਜਿਹੜੇ ਤੁਹਾਨੂੰ ਹਮੇਸ਼ਾ ਮੋਟੀਵੇਟ ਕਰਦੇ ਆ। ਦੂਸਰੀ ਗੱਲ ਹੈ ਦੋਸਤੋ, ਜਿਹੜੇ SC/BC ST ਵਾਲੇ ਮੈਨੂੰ ਇਹ ਕੁਐਸਚਨ ਸਾਰੇ ਕਰਦੇ ਆ ਵੀ ਸਰ ਸਾਡੇ ਜਿਵੇਂ 738 ਪੋਸਟਾਂ ਜਨਰਲ ਨੂੰ ਦਿੱਤੀਆਂ ਅਤੇ 126 ਐਕਸ ਸਰਵਿਸਮੈਨ ਜਨਰਲ ਨੂੰ ਦਿੱਤੀਆਂ। ਜੇ ਅਗਰ ਮੰਨ ਲਓ ਸਾਡੇ 180 ਪੋਸਟਾਂ SC/BC ਇਕਨੋਮਿਕ ਵੀਕਰ ਸੈਕਸ਼ਨ ਜਾਂ ਫਿਰ ਇਹਨਾਂ ਨੂੰ ਆਪਣੇ ਭਰ ਜਾਂਦੀਆਂ ਪੋਸਟਾਂ, ਸਾਡੇ ਹੀ ਭਾਈਚਾਰੇ ਕਿ ਪੋਸਟਾਂ ਲੈ ਲੈਂਦੇ ਆ, ਅਤੇ ਸਾਡੇ ਜੇਕਰ ਜਿਹੜੇ ਦੂਸਰੇ ਬੱਚੇ ਆ ਬਚ ਜਾਂਦੇ ਆ ਜਿਨ੍ਹਾਂ ਦੇ ਵਧੀਆ ਨੰਬਰ ਆਏ ਆ, ਕੁਆਲੀਫਾਈ ਵੀ ਕਰ ਗਏ ਆ, ਅਤੇ ਉਹਨਾਂ ਨੂੰ ਕਿ ਸਿਲੈਕਸ਼ਨ ਹੋਵੇਗੀ ਜਾਂ ਨਹੀਂ ਹੋਵੇਗੀ। ਦੋਸਤੋ, ਪਹਿਲਾਂ ਤਾਂ ਜਨਰਲ ਕਾਸਟ ਵਾਲਿਆਂ ਨੂੰ ਜਨਰਲ ਕੈਟਾਗਰੀ ਵਾਲੇ ਜਿਹੜੇ ਜਦੋਂ ਸਾਰੇ ਸੀਟਾਂ 'ਤੇ ਬੈਠ ਗਏ, ਕਹਿੰਦਾ ਭਾਵ 600 ਸੀਟਾਂ ਭਰ ਗਈਆਂ, ਅਤੇ ਜਿਹੜੀਆਂ ਬਾਕੀਆਂ ਬਚਦੀਆਂ ਹੋਣਗੀਆਂ ਉਹਨਾਂ ਉੱਤੇ ਹੁਣ ਤੁਹਾਡੇ ਵਰਗੇ ਭੈਣ ਭਰਾਵਾਂ ਨੂੰ ਹੀ ਬਿਠਾਉਣਗੇ, ਠੀਕ ਹੈ ਜੀ। ਕਿਉਂਕਿ 738 ਪੂਰੀਆਂ ਕਰਨੀਆਂ, ਉਹ ਕਿਸੇ ਨਾ ਕਿਸੇ ਹਿਸਾਬ ਨਾਲ ਪੂਰੀਆਂ ਕਰਨੀਆਂ, ਠੀਕ ਹੈ। ਜ਼ਰੂਰੀ ਨਹੀਂ ਵੀ ਆਪਣੇ ਜਨਰਲ ਪੂਰੇ ਹੀ ਭਰ ਜਾਣ, ਕਈ ਵਾਰ ਰਹਿ ਵੀ ਜਾਂਦੇ ਆ, 100, 150, 200 ਦਾ ਫਰਕ ਪੈ ਹੀ ਜਾਂਦਾ। 500 ਜਨਰਲ ਬੱਚਾ ਸਿਲੈਕਟ ਹੋ ਗਿਆ ਤਾਂ ਤੁਹਾਡੇ ਵਰਗੇ ਭੈਣ ਭਰਾ ਇਕਨੋਮਿਕ ਵੀਕਰ ਸੈਕਸ਼ਨ ਹੋ ਗਿਆ, ਵਾਰਡ ਪੁਲਿਸ ਵਾਰਡ ਫਰੀਡਮ ਫਾਈਟਰ ਵਾਲੇ ਸਾਰੇ ਭੈਣ ਭਰਾ ਇੱਥੇ ਬਿਠਾਏ ਜਾਣਗੇ, ਠੀਕ ਹੈ ਜੀ, ਜਿਨ੍ਹਾਂ ਦੇ ਵਧੀਆ ਮਾਰਕਸ ਹੋਣਗੇ ਅਤੇ ਮੈਰਿਟ ਕੁਆਲੀਫਾਈ ਹੋਣਗੇ, ਠੀਕ ਹੈ ਜੀ। ਘਬਰਾਉਣ ਦੀ ਲੋੜ ਨਹੀਂ, ਸਭ ਨੂੰ ਮੌਕਾ ਮਿਲੇਗਾ ਜੇ ਅਗਰ ਨਾਮ ਆਉਂਦਾ ਹੋਵੇਗਾ। ਦੂਸਰੀ ਗੱਲ ਹੈ ਦੋਸਤੋ, ਹੁਣ ਤੁਹਾਨੂੰ ਹੋਰ ਕੀ ਬੈਨੀਫਿਟ ਮਿਲ ਸਕਦੇ ਆ। ਦੋਸਤੋ, ਜਦੋਂ ਤੁਸੀਂ ਟਰਾਇਲ ਦਿੰਦੇ ਹੋ ਉਸ ਤੋਂ ਬਾਅਦ ਤੁਹਾਨੂੰ ਨਾ ਇੱਕ ਫਾਰਮ ਆਉਂਦਾ ਈਮੇਲ ਐਡਰੈਸ 'ਤੇ,
ਤੇ ਜਾਂ ਫਿਰ ਤੁਹਾਨੂੰ ਕਹਿਣ ਦਾ ਭਾਵ ਉਹ ਫੋਰਮ ਕਢਾਉਣਾ ਪੈਂਦਾ ਜੇਕਰ ਤੁਹਾਨੂੰ ਨਾ ਆਵੇ। ਉਹ ਤੁਹਾਡੀ ਵੈਬਸਾਈਟ ਦੇ ਉੱਤੇ ਹੀ ਪਏ ਹੁੰਦੇ ਆ, ਠੀਕ ਹੈ ਜੀ। ਅਗਰ ਮੈਂ ਕੋਸ਼ਿਸ਼ ਕਰੂੰਗਾ ਇੱਕ ਨਾ ਇੱਕ ਦਿਨ ਤੁਹਾਡੇ ਤੇ ਉਹ ਫੋਰਮ ਦੇ ਰਿਲੇਟਡ ਵੀ ਵੀਡੀਓ ਪਾਊਂਗਾ, ਪ੍ਰੋਪਰ ਜਾਣਕਾਰੀ ਦਊਂਗਾ ਕੀ ਕੁਛ ਬੈਨੀਫਿਟ ਮਿਲਣੇ ਆ। ਉਹ ਫੋਰਮ ਦੇ ਜ਼ਰੀਏ ਇੱਦਾਂ ਹੀ ਹੁੰਦਾ ਦੋਸਤੋ ਵੀ ਤੁਹਾਨੂੰ ਨਾ ਜਿਹੜੇ ਸਿਲੈਕਸ਼ਨ ਪ੍ਰੋਸੀਜਰ ਤੋਂ ਬਾਅਦ ਜਿਹੜੇ ਬੈਨੀਫਿਟ ਹੋਰ ਮਿਲਣੇ ਹੁੰਦੇ ਆ ਵੀ ਤੁਹਾਨੂੰ ਪਹਿਲੀ ਪ੍ਰੈਫਰੈਂਸ ਦੇਣੀ ਹੈ, ਤੁਹਾਡਾ ਜਿਹੜਾ ਹੈਗਾ ਭੱਤਾ ਹੁੰਦਾ, ਰਹਿਣ ਸਹਿਣ ਦਾ ਭੱਤਾ, ਤੁਹਾਡਾ ਪੈਟਰੋਲ ਖਰਚ, ਤੁਹਾਡੀ ਸੈਲਰੀ ਦੇ ਵਿੱਚੋਂ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਭੱਤੇ ਭੁੱਤੇ ਉਹ ਤਾਂ ਹੀ ਮਿਲਦੇ ਆ ਜੇਕਰ ਤੁਸੀਂ ਪ੍ਰੈਫਰੈਂਸ ਕਹਿੰਦਾ ਭਾਵ ਵੀ ਛੋਟੀ ਮਿਨੋਰਟੀ ਕੈਟੇਗਰੀ ਨੂੰ ਬਿਲੋਂਗ ਕਰਦੇ ਹੋ। ਕਿਉਂਕਿ ਜੇ ਅਗਰ ਤੁਸੀਂ ਮਿਨੋਰਟੀ ਵਿੱਚੋਂ ਤੁਹਾਨੂੰ ਇਹ ਚੀਜ਼ਾਂ ਦੀ ਵੀ ਅਲਾਊਂਸ ਮਿਲੇਗੀ, ਜਿਵੇਂ ਕਿ ਜਨਰਲ ਕੋਟੇ ਨੂੰ ਘੱਟ ਮਿਲਦੇ ਆ ਥੋੜ੍ਹੇ ਜਿਹੇ, ਜਿਵੇਂ ਬਿਜਲੀ ਦਾ ਬਿੱਲ ਵਗੈਰਾ ਹੋ ਗਿਆ, ਪਾਣੀ ਦਾ ਬਿੱਲ ਹੋ ਗਿਆ, ਇਹ ਸਾਰੇ ਤੁਹਾਡੇ ਮਾਫ ਹੁੰਦੇ ਆ ਉਸ ਦੇ ਵਿੱਚ ਜਦੋਂ ਤੁਸੀਂ ਕਿਤੇ ਕੁਆਟਰ ਵਿੱਚ ਰਹਿੰਦੇ ਹੋ ਜਾਂ ਕਿਤੇ ਸਿਲੈਕਸ਼ਨ ਹੋ ਜਾਂਦੀ ਹੈ, ਤੁਸੀਂ ਜਾਂਦੇ ਹੋ, ਠੀਕ ਹੈ ਜੀ। ਉਹ ਹੁਣ ਉਹੀ ਬੱਚਿਆਂ ਨੂੰ ਪਤਾ ਜਿਨ੍ਹਾਂ ਦੇ ਮਾਂ ਪਿਓ ਇਸ ਮਤਲਬ ਕਿ ਮਹਿਕਮੇ ਵਿੱਚ ਨੇ। ਬਾਕੀ ਜ਼ਰੂਰ ਦੱਸਿਓ ਤੁਹਾਨੂੰ ਮਿਲਦੇ ਆ ਕਿ ਨਹੀਂ, ਵੈਸੇ ਤਾਂ ਜਰਨਲ ਵਾਲਿਆਂ ਨੂੰ ਵੀ ਕਾਫੀ ਮਿਲਦੇ ਆ। ਅਤੇ ਇੱਕ ਦੋਸਤੋ ਇਹ ਹੈ ਮੇਰੀ ਗੱਲ ਵੀ ਜਿਹੜੀ ਆਪਣੀ ਉਹ ਹੁੰਦੇ ਆ ਐਕਸ ਸਰਵਿਸਮੈਨ ਹੁੰਦੇ ਆ, ਉਹਨਾਂ ਨੂੰ ਕੁਆਲੀਫਿਕੇਸ਼ਨ ਜਿਹੜੀ ਹੈਗੀ 10ਵੀਂ ਤੱਕ ਹੀ ਮੰਗੀ ਜਾਂਦੀ ਹੈ ਕੌਂਸਟੇਬਲ ਦੇ ਵਿੱਚ, ਠੀਕ ਹੈ ਜੀ। ਐਕਸ ਸਰਵਿਸਮੈਨ ਨੂੰ +2 ਕਰਨ ਦੀ ਲੋੜ ਨਹੀਂ ਆ, ਤੁਹਾਡੇ ਸਾਹਮਣੇ ਲਿਖਿਆ ਵੀ ਹੋਇਆ ਦੂਜਾ ਪੁਆਇੰਟ। ਇਸ ਕਰਕੇ ਇਹ ਵੀ ਬੈਨੀਫਿਟ ਹੀ ਹੈ ਇੱਕ, ਠੀਕ ਹੈ ਜੀ। ਹੁਣ ਜਿਹੜੀ ਇੱਕ ਤੁਹਾਨੂੰ ਇੱਕ ਰਿਲੈਕਸੇਸ਼ਨ ਏਜ ਦੀ ਤੁਹਾਨੂੰ ਬਹੁਤ ਵਧੀਆ ਮਿਲੀ ਹੋਈ ਹੈ। ਮੰਨ ਲਓ ਤੁਸੀਂ 28 ਸਾਲ ਤੱਕ ਕੋਈ ਪ੍ਰਾਈਵੇਟ ਜੋਬ ਕਰ ਰਹੇ ਹੋ, ਠੀਕ ਹੈ ਜੀ। ਹੁਣ ਤੁਹਾਡਾ ਮਨ ਕਰਿਆ ਹੈ ਵੀ ਹੁਣ ਸਾਡੇ ਕੋਲ ਵਧੀਆ ਸਟੈਂਡ ਹੋ ਗਏ, ਮਾਂ ਪਿਓ ਤੋਂ ਇਲਾਵਾ ਅਸੀਂ ਹੁਣ ਪੈਸੇ ਸਾਡੇ ਕੋਲ ਆ ਗਿਆ ਪ੍ਰਾਈਵੇਟ ਜੋਬ ਰਾਹੀਂ, ਅਤੇ ਅਸੀਂ ਹੁਣ ਭਰਤੀ 'ਤੇ ਸਟਾਰਟ ਕਰਨੀ ਹੈ। ਤੁਹਾਡੇ ਕੋਲ 5 ਸਾਲ ਦਾ ਸਮਾਂ ਹੁੰਦਾ, ਠੀਕ ਹੈ, ਜਿਹਦੇ ਵਿੱਚ ਤੁਹਾਨੂੰ ਛੂਟ ਮਿਲਦੀ ਹੈ ਵੀ 5 ਸਾਲ SC BC ਇਕਨੋਮਿਕ ਵੀਕਰ ਸੈਕਸ਼ਨ ਰੱਖ ਸਕਦੀ ਹੈ ਵੀ ਏਜ ਫੈਕਟਰ ਵਧਿਆ ਹੁੰਦਾ, ਅਤੇ 3 ਸਾਲ ਹੈਗੇ ਦੂਸਰੇ ਆਪਣੇ ਐਕਸ ਸਰਵਿਸਮੈਨ ਜਾਂ ਸਪੋਰਟਸ ਕੋਟੇ ਮੈਨ ਨੂੰ ਮਿਲਿਆ ਹੁੰਦਾ ਹੈ ਨਾ ਜੀ, ਜੋ ਵੀ ਕੁਛ ਆਪਣੇ ਫਾਰਮ ਦੇ ਵਿੱਚ ਤੁਸੀਂ ਪੜ੍ਹਿਆ ਹੋਣਾ। ਅਤੇ ਇਸ ਦਾ ਬੈਨੀਫਿਟ ਤੁਹਾਨੂੰ ਇਹੀ ਹੈ ਵੀ ਤੁਸੀਂ ਵੱਡੀ ਉਮਰ ਦੇ ਵਿੱਚ ਜਾ ਕੇ ਵੀ ਤੁਸੀਂ ਜੋਬ ਪ੍ਰਾਪਤ ਕਰ ਸਕਦੇ ਹੋ, ਬਹੁਤ ਹੀ ਘੱਟ ਸਮੇਂ ਦੇ ਵਿੱਚ ਤੁਸੀਂ ਅਗਰ ਤਿਆਰੀ ਕਰਕੇ ਲੱਗੋ। ਬਾਕੀ ਦੋਸਤੋ ਤੁਹਾਡੀ ਮਿਹਨਤ 'ਤੇ ਹੈ, ਜੇ ਤੁਸੀਂ ਜਿੰਨੀ ਜਲਦੀ ਫਲ ਪਾਉਣਾ ਚਾਹੁੰਦੇ ਹੋ ਉਨੀ ਜਲਦੀ ਤਿਆਰੀ ਕਰਨੀ ਸ਼ੁਰੂ ਕਰ ਦੇਵੋ। ਐਂ ਨਹੀਂ ਵੀ ਜੇ ਅਗਰ ਤੁਸੀਂ ਕਹਿੰਦੇ ਹੋ ਅਸੀਂ ਚੌਥੀ ਸਾਲਾਨਾ ਭਰਤੀ ਦੇ ਅਸੀਂ ਤਿਆਰੀ ਕਰਾਂਗੇ, ਤੁਸੀਂ ਜੇ ਅੱਜ ਤਿਆਰੀ ਕਰੋਗੇ ਤੁਸੀਂ ਅਗਲੇ ਮਤਲਬ ਕਿ ਆਉਣ ਵਾਲੇ ਸਾਲ ਵਿੱਚ ਲੱਗੇ ਹੋਵੋਗੇ, ਅਤੇ ਆਪਣੇ ਉਨੀ ਜਲਦੀ ਜਿਹੜੇ ਤੁਸੀਂ ਡਰੀਮ ਸੋਚੇ ਹੋਏ ਸੀ ਛੋਟੇ ਹੁੰਦਿਆਂ ਵੀ ਅਸੀਂ ਪੁਲਿਸ ਵਾਲਾ ਬਣ ਕੇ ਟੋਲ ਪਲਾਜ਼ਿਆਂ ਤੋਂ ਐਂ ਲੱਗਿਆ ਕਰਾਂਗੇ ਕਾਰਡ ਦਿਖਾ ਕੇ, ਅਸੀਂ ਯਾਰਾਂ ਬੇਲੀਆਂ 'ਚ ਫੜੀ ਮਾਰਿਆ ਕਰਾਂਗੇ ਵੀ ਸਾਡੀ ਵਰਦੀ ਘਰੇ ਟੰਗੀ ਪਈ ਹੈ, ਠੀਕ ਹੈ, ਸਾਡੀਆਂ ਫੋਟੋਆਂ ਵਰਦੀ ਵਿੱਚ ਨੇ, ਜਾਂ ਫਿਰ ਹੋਰ ਵੀ ਕਈ ਤਰ੍ਹਾਂ ਦੇ ਤੁਸੀਂ ਜਿਹੜੇ ਆਪਣੇ ਦੋਸਤਾਂ ਨਾਲ ਹਾਸੇ ਮਜ਼ਾਕ ਦੇ ਵਿੱਚ ਕਰਦੇ ਹੁੰਦੇ ਸੀ, ਉਹ ਚੀਜ਼ਾਂ ਤੁਹਾਡੀਆਂ ਐਡਵਾਂਸ ਦੇ ਵਿੱਚ ਮਤਲਬ ਕਿ ਪੂਰੀਆਂ ਹੋ ਜਾਣਗੀਆਂ। ਜਿੰਨਾ ਸਮਾਂ ਤੁਸੀਂ ਲਾਓਗੇ ਉਨੀ ਸਮਾਂ ਤੁਹਾਡੀ ਤਰੱਕੀ ਲੇਟ ਹੋਵੇਗੀ। ਬਾਕੀ ਤਰੱਕੀ ਸਭ ਦੀ ਹੁੰਦੀ ਹੈ, ਮਿਹਨਤ 'ਤੇ ਹੁੰਦਾ ਸਭ ਤਰੱਕੀ ਦਾ। ਕੋਈ ਪਰਮਾਤਮਾ ਦਾ ਹੱਥ ਸਿਰਫ ਤਾਂ ਹੁੰਦਾ, ਪਰਮਾਤਮਾ ਦਾ ਹੱਥ ਇਹ ਹੁੰਦਾ ਵੀ ਬੱਚਾ ਮਿਹਨਤ ਕਰ ਰਿਹਾ ਅਤੇ ਉਹਦੀ ਮੇਰੇ ਨਾਲ ਸਪੋਰਟ ਹੈ, ਕੋਈ ਵੀ ਉਹਨੂੰ ਕਹਿਣ ਦਾ ਭਾਵ ਮਾੜੀ ਚੀਜ਼ ਨਾ ਦੇਖਣੀ ਪੈ ਜੇ, ਕਹਿਣ ਦਾ ਭਾਵ ਜ਼ਿੰਦਗੀ ਵਿੱਚ, ਠੀਕ ਹੈ ਜੀ। ਇਹ ਚੀਜ਼ ਦੀ ਸਪੋਰਟ ਪਰਮਾਤਮਾ ਦਿੰਦਾ, ਬਾਕੀ ਮਿਹਨਤ ਦੇ ਜ਼ਰੀਏ ਹੀ ਬੱਚਾ ਪਹੁੰਚਦਾ। ਹੁਣ ਇੱਕ ਬੱਚਾ ਸੀ ਗੁਰਦੁਆਰੇ ਬਹੁਤ ਸੇਵਾ ਕਰਨ ਜਾਂਦਾ ਸੀ, ਅਤੇ ਮੈਂ ਉਸ ਬੱਚੇ ਨੂੰ ਮੈਂ ਇੱਕ ਦਿਨ ਪੁੱਛਿਆ, ਮੈਂ ਕਿਹਾ ਬੇਟਾ ਤੁਸੀਂ ਸੇਵਾ ਤਾਂ ਕਰਨ ਜਾਂਦੇ ਹੋ ਅਤੇ ਤੁਸੀਂ ਘਰੇ ਪੜ੍ਹਦੇ ਵੀ ਹੋ? ਉਹ ਕਹਿੰਦਾ ਸਰ ਮੈਂ ਤਾਂ ਪਰਮਾਤਮਾ ਦੇ ਸਹਾਰੇ ਹਾਂ, ਤੀਰ ਤੁੱਕਾ ਲੱਗ ਗਿਆ ਤਾਂ ਠੀਕ ਹੈ, ਨਹੀਂ ਤਾਂ ਆਪਾਂ ਸੇਵਾ ਕਰਦੇ ਹਾਂ, ਸੇਵਾ ਦਾ ਫਲ ਮਿਲ ਜੂਗਾ। ਮੈਂ ਉਹਨੂੰ ਚੰਗੀ ਤਰ੍ਹਾਂ ਬਿਠਾ ਕੇ ਲੈਕਚਰ ਸਮਝਾਇਆ, ਮੈਂ ਕਿਹਾ ਬੇਟਾ ਸੁਣ, ਮਿਹਨਤ ਤਾਂ ਤੈਨੂੰ ਕਰਨੀ ਅੱਜ ਵੀ ਪੈਣੀ ਹੈ, ਮਿਹਨਤ ਕੱਲ੍ਹ ਵੀ ਕਰਨੀ ਪੈਣੀ ਹੈ, ਪਰਮਾਤਮਾ ਤੇਰੇ ਨਾਲ ਹੈਗਾ, ਪਰਮਾਤਮਾ ਤਾਂ ਤੈਨੂੰ ਆਪ ਕਹਿੰਦਾ ਪਿਆ ਤੂੰ ਮਿਹਨਤ ਕਰ, ਤੇਰਾ ਫਲ ਤੈਨੂੰ ਮਿਲ ਜੂਗਾ। ਪਰ ਤੂੰ ਜਿਹੜਾ ਸਮਾਂ ਬਰਬਾਦ ਕਰ ਰਿਹਾ ਆਪਦਾ, ਤੂੰ ਇੱਥੇ 4-4 ਘੰਟੇ ਸੇਵਾ ਕਰਦਾ, ਇਸ ਤੋਂ ਵਧੀਆ ਤੂੰ 1 ਘੰਟਾ ਸੇਵਾ ਕਰ ਅਤੇ 3 ਘੰਟੇ ਘਰੇ ਆ ਕੇ ਪੜ੍ਹ, ਅਤੇ ਮੈਂ ਡੈਫੀਨੇਟਲੀ ਕਹਿੰਦਾ ਤੇਰਾ ਕਰੈਕ ਹੋਊਗਾ ਐਗਜ਼ਾਮ। ਉਹ ਹੁਣ ਬੱਚਾ ਐਡਾ ਵਧੀਆ ਰੈਂਕ 'ਤੇ ਜਾ ਰਿਹਾ, ਹੁਣ ਮਤਲਬ ਕਹਿੰਦਾ ਆਪਾਂ ਕੌਂਸਟੇਬਲ ਦਾ ਹੁਣੇ ਪੇਪਰ ਦਿੱਤਾ ਉਸਨੇ ਬੱਚੇ ਨੇ, ਅਤੇ ਉਹ ਕਹਿੰਦਾ ਮੇਰੇ ਨੰਬਰ ਮੈਨੂੰ ਲੱਗ ਰਿਹਾ ਇਸ ਵਾਰ ਆ ਜਾਣਗੇ, ਕਿਉਂਕਿ ਉਹ ਪਿਛਲੇ ਸਾਲ ਉਹਨੇ ਜੇਲ੍ਹ ਵਾਰਡਨ ਦੇ ਭਰਤੀ ਦੇ ਪੇਪਰ ਦਿੱਤੇ ਸੀ, ਉਸ ਤੋਂ ਪਿਛਲੇ ਸਾਲ ਵੀ ਕੌਂਸਟੇਬਲ ਦੇ ਦਿੱਤੇ ਸੀ। ਉਹ ਤੁੱਕੇ ਲਗਾ ਕੇ ਆਉਂਦਾ ਸੀਗਾ, ਉਹ ਮੈਨੂੰ ਮਤਲਬ ਜਦੋਂ ਮਿਲਦਾ ਸੀ ਮੈਨੂੰ ਐਂ ਕਹਿੰਦਾ ਸੀ ਸਰ ਮੈਂ ਤੁੱਕੇ ਲਗਾ ਕੇ ਆਇਆ ਵੀ ਦੇਖੋ ਪਰਮਾਤਮਾ ਆਪਣੇ ਨਾਲ ਹੈ, ਸੇਵਾ ਕਰੀ ਦੀ ਹੈ। ਮੈਂ ਕਿਹਾ ਬੇਟਾ ਸੇਵਾ ਤਾਂ ਚਲੋ ਚੰਗੀ ਗੱਲ ਹੈ, ਅਸੀਂ ਵੀ ਕਹਿੰਦੇ ਹਾਂ ਵੀ ਜਦੋਂ ਬੰਦੇ ਕੋਲ ਖੁੱਲ੍ਹਾ ਟਾਈਮ ਹੈਗਾ ਤਾਂ ਸੇਵਾ ਜ਼ਰੂਰ ਕਰੇ, ਬਟ ਡੈਫੀਨੇਟਲੀ ਇੱਕ ਟਾਈਮ ਹੁੰਦਾ ਵੀ ਬੱਚੇ ਨੇ ਸੇਵਾ ਵੀ ਕਰਨੀ ਹੈ ਅਤੇ ਮਿਹਨਤ ਵੀ ਕਰਨੀ ਹੈ। ਪਰਮਾਤਮਾ ਕਿਉਂਕਿ ਸਿਰ 'ਤੇ ਉਹਦੇ ਹੀ ਹੱਥ ਰੱਖਦਾ ਜਿਹੜਾ ਮਿਹਨਤ ਕਰਦਾ। ਹੁਣ ਮਿਹਨਤ ਕਰਨੀ ਨਹੀਂ, ਸੇਵਾ ਤਾਂ ਚਲੋ ਹਰ ਕੋਈ ਕਰੀ ਜਾਂਦਾ। ਉੱਥੇ ਗੁਰਦੁਆਰੇ ਤੁਸੀਂ ਦੇਖੋ 100-150 ਬੰਦਾ ਖੜ੍ਹਾ ਹੀ ਹੁੰਦਾ ਕਿਤੇ ਵੀ, ਮਤਲਬ ਵਧੀਆ ਗੁਰਦੁਆਰਿਆਂ 'ਚ ਤੁਸੀਂ ਦੇਖੇ ਹੋਗੇ, ਕੋਈ ਜੁੱਤੀਆਂ ਸਾਫ਼ ਕਰ ਰਿਹਾ ਹੁੰਦਾ, ਕੋਈ ਚਿੰਨ ਰਿਹਾ ਹੁੰਦਾ, ਕੋਈ ਮੰਦਰ ਜਾਂ ਗੁਰਦੁਆਰੇ ਟਾਟ ਸਾਫ਼ ਕਰ ਰਿਹਾ ਹੁੰਦਾ। ਇਹ ਸਾਰੇ ਸੇਵਾ ਆਪਾਂ ਕਰਦੇ ਰਹਿੰਦੇ ਹਾਂ, ਜਰਨਲੀ ਅਸੀਂ ਵੀ ਕਰਦੇ ਰਹਿੰਦੇ ਹਾਂ। ਬਟ ਦੋਸਤੋ ਇੱਕ ਮਿਹਨਤ ਵੀ ਕਰੋ ਨਾ ਤੁਸੀਂ, ਜੇ ਅਗਰ ਤੁਸੀਂ ਜ਼ਿੰਦਗੀ 'ਚ ਫਲ ਪਾਉਣਾ ਚਾਹੁੰਦੇ ਹੋ, ਉਹ ਪਰਮਾਤਮਾ ਦਾ ਤਾਂ ਹੱਥ ਤੁਹਾਡੇ ਸਿਰ 'ਤੇ ਸਦਾ ਹੀ ਹੈਗਾ। ਮੈਂ ਤਾਂ ਇਹੀ ਕਹਿੰਦਾ ਵੀ ਤੁਸੀਂ ਐਵੇਂ ਬੇਫਾਲਤੂ ਤੁਸੀਂ ਆਪਣਾ ਇੱਕ ਹਿਸਾਬ ਦਾ ਭਰੋਸਾ ਗਲਤ ਜਤਾਈ ਬੈਠੇ ਹੋ ਆਪਦੇ 'ਤੇ ਵੀ ਅਸੀਂ ਪਰਮਾਤਮਾ ਸਾਰੇ ਹਾਂ। ਕੱਲ੍ਹ ਨੂੰ ਫਿਰ ਤੁਸੀਂ ਉਸੇ ਪਰਮਾਤਮਾ ਨੂੰ ਤੁਸੀਂ ਫਿਰ ਮਤਲਬ ਕਿ ਪੁੱਠਾ ਸਿੱਧਾ ਬੋਲਦੇ ਹੋ ਵੀ ਸਾਡੀ ਤਰੱਕੀ ਨਹੀਂ ਹੋਈ, ਸਾਡੀ ਇਹ ਨਹੀਂ ਹੋਈ। ਗੱਲ ਤਾਂ ਇਹੀ ਸੀ, ਤੁਹਾਨੂੰ ਸਮਾਂ ਉਹਨੇ ਦਿੱਤਾ ਸੀ
ਤੇ ਤੁਹਾਨੂੰ ਕਹਿੰਦਾ ਭਾਵ ਸਪੋਰਟ ਵੀ ਤੁਹਾਡੀ ਪਰਮਾਤਮਾ ਨੇ ਕੀਤੀ ਸੀ ਵੀ ਤੁਸੀਂ ਹੁਣ ਚੰਗੇ ਰਸਤੇ ਪੈ ਜਾਵੋ। ਬਟ ਤੁਸੀਂ ਕੀ ਕਰੀਏ, ਤੁਸੀਂ ਆਪਦੇ ਮਨ ਨੂੰ ਇੱਕ ਪਾਸੇ ਲਾ ਕੇ ਬੈਠੇ ਰਹੇ ਵੀ ਅਸੀਂ ਸੇਵਾ ਕਰਨੀ ਹੈ। ਉਹ ਸੇਵਾ ਕਰਕੇ ਤੁਸੀਂ ਫਿਰ ਸੇਵਾ ਜੋਗੀ ਰਹਿ ਗਏ। ਫਿਰ ਪਰਮਾਤਮਾ ਨੇ ਵੀ ਚਾਹਿਆ ਵੀ ਚੱਲ ਤੂੰ ਹੁਣ ਸੇਵਾ ਹੀ ਕਰ ਲਾ, ਜਿਹੜਾ ਤੂੰ ਫਲ ਲੈਣਾ ਸੀ ਉਸਦੀ ਤੂੰ ਮਿਹਨਤ ਕੀਤੀ ਹੀ ਨਹੀਂ। ਠੀਕ ਹੈ ਜੀ। ਸੋ ਜਿਸ 'ਤੇ ਤੁਸੀਂ ਜ਼ਿਆਦਾ ਫੋਕਸ ਕਰੋਗੇ ਉਹ ਚੀਜ਼ ਤੁਹਾਨੂੰ ਮਿਲੇਗੀ। ਭਾਵੇਂ ਤੁਹਾਨੂੰ ਇਹ ਗੱਲ ਮਾੜੀ ਵੀ ਲੱਗੀ ਹੋਵੇ ਵੀ ਸਰ ਨੇ ਐਂ ਕਿਉਂ ਕਿਹਾ, ਬਟ ਬੇਟਾ ਜੋ ਸੱਚ ਹੈ ਤੁਹਾਡੇ ਦਿਲ ਨੂੰ ਲੱਗੇ, ਇਹ ਕੋਈ ਚੱਕਰ ਨਹੀਂ। ਠੀਕ ਹੈ ਜੀ। ਮੈਂ ਤਾਂ ਜੋ ਸੱਚ ਹੈ ਤੁਹਾਡੇ ਸਾਹਮਣੇ ਰੱਖ ਦਿੱਤਾ। ਠੀਕ ਹੈ ਜੀ। ਆਪਾਂ ਨੂੰ ਕੋਈ ਪਰਵਾਹ ਨਹੀਂ ਗੀ ਇਸ ਚੀਜ਼ ਨੂੰ ਲੈ ਕੇ। ਸੋ ਗੱਲ ਇੱਦਾਂ ਵੀ ਜਿੰਨਾ ਚਿਰ ਤੁਸੀਂ ਸੇਵਾ ਕਰਦੇ ਰਹੋਗੇ ਅਤੇ ਨਾਲ ਤੁਸੀਂ ਪੜ੍ਹਦੇ ਰਹੋਗੇ, ਤੁਹਾਡੀ ਪੱਕਾ ਤਰੱਕੀ ਹੋਵੇਗੀ। ਹੁਣ ਤੁਸੀਂ ਇਹ ਦੇਖ ਲਓ, ਕਾਫੀ ਬੱਚੇ ਜਿਹੜੇ ਵੀਜ਼ਾ ਲਾਉਣ ਤੋਂ ਬਾਅਦ ਸੇਵਾ ਕਰਨ ਜਾਂਦੇ ਆ, ਉਹ ਬਹੁਤ ਵਧੀਆ ਗੱਲ ਹੈ। ਪਹਿਲਾਂ ਉਹਨਾਂ ਨੇ ਮਿਹਨਤ ਕੀਤੀ, ਆਇਲਸ ਕੀਤੀ, ਉਦੋਂ ਬਾਅਦ ਉਹਨਾਂ ਨੇ ਵੀਜ਼ਾ ਲਾਇਆ, ਫਿਰ ਸੇਵਾ ਕਰਨ ਲੱਗ ਗਏ। ਉਸ ਦਾ ਕਾਰਨ ਕੀ ਆ, ਉਸਦੀ ਜਿਹੜੀ ਹੈਗੀ ਜੇ ਪਾਪ ਹੋਏ ਆ ਜਾਂ ਕੁਛ ਵੀ ਹੋਇਆ, ਉਸਦਾ ਵੀਜ਼ਾ ਲੱਗ ਗਿਆ। ਠੀਕ ਹੈ ਜੀ। ਜੇ ਅਗਰ ਪਾਪ ਮਾਫ ਹੋ ਗਏ ਸੇਵਾ ਕਰਨ ਨਾਲ, ਜੇਕਰ ਤੁਸੀਂ ਪਹਿਲਾਂ ਤੁਸੀਂ ਸੇਵਾ ਕਰੀ ਗਏ, ਨਾ ਤੁਸੀਂ ਆਇਲਸ ਕਲੀਅਰ ਕੀਤੀ, ਨਾ ਤੁਸੀਂ ਵੀਜ਼ਾ ਲਾਇਆ, ਅਤੇ ਫਾਇਦਾ ਕੀ ਹੋਇਆ ਫਿਰ ਤੁਹਾਡੀ ਜ਼ਿੰਦਗੀ 'ਚ ਆਏ ਦਾ ਵੀ, ਨਾ ਤੁਸੀਂ ਕੋਈ ਮਿਹਨਤ ਕੀਤੀ। ਸੋ ਇਸੇ ਕਰਕੇ ਦੋਸਤੋ ਸੋਚਿਆ ਕਰੋ ਥੋੜ੍ਹਾ ਜਿਹਾ, ਇਹ ਚੀਜ਼ਾਂ ਤੁਸੀਂ ਬਹੁਤ ਘੱਟ ਸੋਚਦੇ ਹੋ। ਬਾਕੀ ਦੋਸਤੋ ਮੈਡੀਕਲ ਕੇਅਰ ਬੈਨੀਫਿਟ ਜਿਹੜੇ ਹੈਗੇ ਉਹ ਤੁਹਾਨੂੰ ਮਿਲਣੇ ਹੀ ਮਿਲਣੇ ਆ। ਠੀਕ ਹੈ ਜੀ। ਜਿਹੜੇ ਹੈਗੇ ਥੋੜ੍ਹੇ ਬਹੁਤੇ ਭੱਤੇ ਹੁੰਦੇ ਜਿਹੜੇ, ਉਹ ਵੀ ਤੁਹਾਨੂੰ ਮਿਲਣੇ ਹੀ ਮਿਲਣੇ ਆ। ਅਤੇ ਬੱਚੋ ਜਿਹੜੇ ਸਪੋਰਟਸ ਕੋਟੇ ਵਾਲੇ, ਉਹਨਾਂ ਨੂੰ ਇੰਟਰਨੈਸ਼ਨਲ ਅਤੇ ਨੈਸ਼ਨਲ ਸਰਟੀਫਿਕੇਟ ਹੋਣਾ ਬਹੁਤ ਜ਼ਰੂਰੀ ਹੈ। ਜੇ ਅਗਰ ਉਹ ਚੀਜ਼ ਹੈ ਨਹੀਂ ਤੁਹਾਡੇ ਕੋਲ, ਤਾਂ ਡੈਫੀਨੇਟਲੀ ਤੁਹਾਨੂੰ ਕਹਿੰਦਾ ਭਾਵ ਕੋਈ ਪ੍ਰੈਫਰੈਂਸ ਨਹੀਂ ਮਿਲੇਗੀ, ਕੋਈ ਤੁਹਾਡਾ ਦੇਖਿਆ ਨਹੀਂ ਜਾਏਗਾ। ਬਸ ਸਪੋਰਟਸ ਕੋਟੇ ਦਾ ਜੇ ਸਟੇਟ ਲੈਵਲ ਸਰਟੀਫਿਕੇਟ ਦਿਖਾ ਦੋਗੇ, ਉਹਦਾ ਵੀ ਕੋਈ ਬੈਨੀਫਿਟ ਨਹੀਂ ਹੈਗਾ। ਇੰਟਰਨੈਸ਼ਨਲ ਅਤੇ ਨੈਸ਼ਨਲ ਲੈਵਲ ਖੇਡਿਆ ਹੋਣਾ ਚਾਹੀਦਾ। ਠੀਕ ਹੈ ਜੀ। ਅਤੇ ਤੀਸਰੀ ਗੱਲ ਹੈ ਦੋਸਤੋ ਵੀ ਜਿਹੜਾ ਵੀ ਭੈਣ ਭਰਾ ਹੁਣ ਜਿੰਨਾ ਚਿਰ ਐਗਜ਼ਾਮ ਨਹੀਂ ਕਰੈਕ ਕਰੇਗਾ, ਉਹਨਾਂ ਚਿਰ ਉਹਨੂੰ ਕੋਈ ਬੈਨੀਫਿਟ ਨਹੀਂ ਮਿਲਣਾ, ਕੋਈ ਕਹਿਣ ਦਾ ਭਾਵ ਟਰਾਇਲ ਦੇ ਵਿੱਚ ਹੈਲਪ ਨਹੀਂ ਹੋਣੀ। ਕੋਈ ਇੱਦਾਂ ਹੈ ਨਹੀਂ ਤੁਹਾਡਾ ਮੈਡੀਕਲ ਟੈਸਟ ਤੁਹਾਡਾ ਪਾਸ ਹੋ ਜਾਊਗਾ ਜੇ ਤੁਸੀਂ ਕਿਸੇ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ। ਜਦੋਂ ਤੁਸੀਂ ਟੈਸਟ ਕਲੀਅਰ ਕਰ ਲਿਆ, ਟਰਾਇਲ ਕਲੀਅਰ ਕਰ ਲਏ, ਮੈਡੀਕਲ ਕਲੀਅਰ ਕਰ ਲਏ, ਉਸ ਤੋਂ ਬਾਅਦ ਹੀ ਜਿਹੜੀ ਗੌਰਮੈਂਟ ਹੈ ਤੁਹਾਨੂੰ ਜਿਹੜੇ ਬੈਨੀਫਿਟ ਦੇਵੇਗੀ। ਠੀਕ ਹੈ ਜੀ। ਘਬਰਾਉਣ ਦੀ ਲੋੜ ਨਹੀਂ। ਬਾਕੀ ਇਹੀ ਚੀਜ਼ਾਂ ਨੋਰਮਲ ਬੈਨੀਫਿਟ ਮਿਲਦੇ ਆ। ਮੈਡੀਕਲ ਕੇਅਰ ਤੁਹਾਡੇ ਸਾਰੇ ਬੱਚਿਆਂ ਦੀ, ਜਿਹੜੇ ਤੁਹਾਡੇ ਘਰ ਦੇ ਰਿਸ਼ਤੇਦਾਰ ਸਾਰੇ ਮਤਲਬ ਕਹਿਣ ਦਾ ਭਾਵ ਤੁਹਾਡੇ ਅੰਡਰ ਆਉਂਦੇ ਜਿਹੜੇ, ਉਹਨਾਂ ਦੀ ਤੁਹਾਡੇ ਕਾਰਡ ਦੇ ਜ਼ਰੀਏ ਫ੍ਰੀ ਆਫ ਕੋਸਟ ਸਰਕਾਰੀ ਹਸਪਤਾਲਾਂ ਵਿੱਚ ਹੋਊਗੀ। ਠੀਕ ਹੈ ਜੀ। ਤੁਹਾਡਾ ਜਿਹੜਾ ਬੱਸ ਖਰਚਾ ਉਹ ਬਿਲਕੁਲ ਨਹੀਂ ਲੱਗੇਗਾ। ਜੇ ਅਗਰ ਤੁਸੀਂ ਮੁਲਾਜ਼ਮ ਹੋ, ਤੁਸੀਂ ਕਿਤੇ ਵੀ ਮਤਲਬ ਪੰਜਾਬ ਦੇ ਵਿੱਚ ਕਿਤੇ ਵੀ ਟਰੈਵਲ ਕਰ ਸਕਦੇ ਹੋ। ਹਾਲਾਂਕਿ ਪੰਜਾਬ ਦੇ ਵਿੱਚ ਨਹੀਂ, ਇੰਡੀਅਨ ਲੈਵਲ 'ਤੇ ਵੀ ਲੋਕ ਕਾਫੀ ਜਾਂਦੇ ਆ। ਰੇਲ ਗੱਡੀਆਂ 'ਤੇ ਤੁਸੀਂ ਟਰੈਵਲ ਕਰ ਸਕਦੇ ਹੋ। ਟੋਲ ਪਲਾਜ਼ਾ ਤੋਂ ਵਿਦਾਊਟ ਤੁਹਾਨੂੰ ਕਹਿੰਦਾ ਭਾਵ ਕੋਈ ਖਰਚਾ ਨਹੀਂ ਲੱਗੇਗਾ। ਤੀਸਰੀ ਗੱਲ ਹੈ, ਤੁਹਾਡੀ ਜਿਹੜੀ ਪਾਰਕਿੰਗ ਹੈ ਉਹ ਵੀ ਫ੍ਰੀ ਆਫ ਕੋਸਟ ਹੋਵੇਗੀ। ਕਿਸੇ ਵੀ ਮਾਲ ਦੇ ਵਿੱਚ ਜਾਂ ਕਿਸੇ ਵੀ ਕਹਿੰਦਾ ਭਾਵ ਅਧਿਕਾਰ ਕਿਸੇ ਵੀ ਸਰਕਾਰੀ ਅਹੁਦੇ ਵਿੱਚ ਜਿੱਥੇ ਜਾਂਦੇ ਹੋ ਤੁਸੀਂ, ਜਿੱਥੇ ਪੈਸੇ ਲੱਗਦੇ ਆ ਮਤਲਬ ਪਾਰਕਿੰਗ ਦੇ, ਉਹ ਤਾਂ ਬਿਲਕੁਲ ਨਹੀਂ ਲੱਗਣਗੇ। ਅਤੇ ਚੌਥੀ ਗੱਲ ਹੈ, ਤੁਹਾਡਾ ਰੋਬ ਹੋਵੇਗਾ ਸਾਰੇ ਮਤਲਬ ਕਹਿੰਦਾ ਭਾਵ ਆਸੇ ਪਾਸੇ, ਕਿਉਂਕਿ ਕੋਈ ਵੀ ਕੰਮ ਪੈਂਦਾ ਉਹ ਪੁਲਿਸ ਤੋਂ ਹੀ ਪੈਂਦਾ ਹੈ ਹਮੇਸ਼ਾ। ਜੇ ਵਕੀਲ ਕੋਲ ਵੀ ਜਾ ਕੇ ਆਇਆ ਬੰਦਾ ਕ੍ਰਿਮੀਨਲ, ਤਾਂ ਪੁਲਿਸ ਕੋਲ ਹੀ ਵਾਪਸ ਮੁੜ ਕੇ ਆਉਣਾ ਉਹਨੇ। ਠੀਕ ਹੈ ਜੀ। ਸੋ ਇਸੇ ਕਰਕੇ ਜੇ ਅਗਰ ਤੁਸੀਂ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਹੋ ਤਾਂ ਦਿਲੋਂ ਕਰੋ, ਵੱਡੇ ਰੈਂਕ ਨੂੰ ਹਾਸਿਲ ਕਰੋ, ਕਿਉਂਕਿ ਜਿੰਨਾ ਵੱਡਾ ਰੈਂਕ ਹੋਵੇਗਾ ਉਨਾ ਵੱਡਾ ਅਹੁਦਾ ਹੋਵੇਗਾ, ਅਤੇ ਉਨਾ ਵੱਡਾ ਮਤਲਬ ਉਨਾ ਜ਼ਿਆਦਾ ਰੋਬ ਪਾ ਸਕੋਗੇ। ਠੀਕ ਹੈ ਜੀ। ਉਨੀ ਜ਼ਿਆਦਾ ਅਥੋਰਟੀਜ਼ ਹੁੰਦੀਆਂ ਬੰਦੇ ਕੋਲ। ਸੋ ਐਵੇਂ ਜ਼ਿਆਦਾ ਟੈਨਸ਼ਨ ਨਹੀਂ ਲੈਣੀ, ਆਪਣੀ ਐਗਜ਼ਾਮ ਦੀ ਤਿਆਰੀ ਕਰੋ ਵੱਧ ਤੋਂ ਵੱਧ, ਅਤੇ ਆਪਣੀ ਜਿਹੜੇ ਮਾਂ ਪਿਓ ਦੀ ਸੇਵਾ ਕਰੋ, ਅਤੇ ਬਾਕੀ ਫਲ ਤੁਹਾਨੂੰ ਬਹੁਤ ਜਲਦ ਮਿਲੇਗਾ। ਅਤੇ ਮੈਂ ਆਸ਼ਾ ਕਰਦਾ ਤੁਹਾਨੂੰ ਵੀਡੀਓ ਸਮਝ ਆਈ। ਅਤੇ ਜਿਹੜੀ ਮੈਂ ਵਿਚਾਲੇ ਜੇ ਗੁਰਦੁਆਰੇ ਵਾਲੀ ਗੱਲ ਕੀਤੀ ਹੈ, ਉਹ ਪਲੀਜ਼ ਇੱਕ ਵਾਰੀ ਡੈਪਥ 'ਚ ਤੁਸੀਂ ਸੋਚਿਓ ਵੀ ਸੇਵਾ ਜ਼ਿਆਦਾ ਜ਼ਰੂਰੀ ਹੈ ਜਾਂ ਮਿਹਨਤ, ਕਿਉਂਕਿ ਦੋਵੇਂ ਚੀਜ਼ਾਂ ਇੱਕ ਸਹੀ ਮਾਤਰਾ ਦੇ ਵਿੱਚ ਕੀਤੀਆਂ ਜਾਣ ਤਾਂ ਹੀ ਤੁਹਾਨੂੰ ਫਲ ਮਿਲੇਗਾ। ਐ ਨਹੀਂ ਵੀ ਇੱਕ 'ਤੇ ਤੁਸੀਂ ਜ਼ਿਆਦਾ ਜ਼ੋਰ ਲਾਤਾ ਅਤੇ ਇੱਕ ਤੁਹਾਡੀ ਰਹਿ ਗਈ, ਕਿਉਂਕਿ ਦੋਵੇਂ ਚੀਜ਼ਾਂ ਨੇ ਆਪਾਂ ਨੂੰ ਪਹੁੰਚਾਉਣਾ ਹੈ। ਠੀਕ ਹੈ ਜੀ। ਸੋ ਠੀਕ ਹੈ, ਪਾਪ ਵੀ ਕਰੋ, ਪੁੰਨ ਵੀ ਕਰੋ, ਸਭ ਕੁਛ ਕਰੋ, ਤਾਂ ਕਿ ਤੁਹਾਡੀ ਜ਼ਿੰਦਗੀ 'ਚ ਤੁਸੀਂ ਐਂ ਨਾ ਹੋ ਸਕੋ ਕਿਤੇ ਇਕੱਲੀ ਸੇਵਾ ਕਰਦੇ ਰਹਿ ਜਾਓ ਅਤੇ ਉੱਥੇ ਮਤਲਬ ਪਾਠੀ ਬਣ ਕੇ ਬਣ ਜਾਓ। ਠੀਕ ਹੈ ਜੀ। ਫਿਰ ਬਾਅਦ 'ਚ ਜਿਹੜੇ ਸੁਪਨੇ ਲਏ ਆ ਉਹ ਵੀ ਤੁਹਾਡੇ ਮਰ ਜਾਣ। ਠੀਕ ਹੈ ਜੀ। ਸੋ ਮੈਂ ਤਾਂ ਇਹੀ ਕਹੂੰਗਾ ਵੀ ਦੋਸਤੋ ਵੀ ਮਿਹਨਤ ਇੱਕ ਕਰੋ, ਇੱਕ ਲਾਈਫ ਹੈ ਤੁਹਾਡੀ, ਜ਼ਿੰਦਗੀ ਤੁਸੀਂ ਉਹੀ ਸੰਵਾਰਨੀ ਹੈ। ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਧੰਨਵਾਦ ਅਤੇ ਜੈ ਹਿੰਦ।